ਵੈਲਕਮ ਟੂ ਮਾਈ ਚੈਨਲ ਸੀਰਤ ਐਜੂਕੇਸ਼ਨ ਲਰਨਿੰਗ ਪੁਆਇੰਟ। ਅੱਜ ਆਪਾਂ ਗੁਪਤ ਸਾਮਰਾਜ ਵਾਲਾ ਲੈਸਨ ਕਰਾਂਗੇ, ਜਿਸ ਦਾ ਕਿ ਟਾਈਮ ਪੀਰੀਅਡ ਹੈ 300 ਈਸਵੀ ਤੋਂ 600 ਈਸਵੀ ਤੱਕ। ਇਸ ਤੋਂ ਪਹਿਲਾਂ ਵਾਲੇ ਲੈਸਨ ਆ ਜਿਹੜੇ ਆਪਾਂ 6th ਕਲਾਸ ਦੇ ਹਿਸਟਰੀ ਦੇ ਕਰ ਚੁੱਕੇ ਹਾਂ। ਅੱਜ ਆਪਾਂ 14 ਲੈਸਨ ਕਰਾਂਗੇ। ਇਹ ਲੈਸਨ ਜਿਹੜੀ ਆਪਾਂ ਰੀਡਿੰਗ ਕਰ ਰਹੇ ਹਾਂ ਅਤੇ ਆਫਟਰ ਰੀਡਿੰਗ ਤੋਂ ਇੰਪੋਰਟੈਂਟ ਕੁਐਸਚਨ ਨੇ ਜਿਹੜੇ ਕਿ ਆਪਾਂ ਦੁਬਾਰਾ ਰਿਵੀਜ਼ਨ ਕਰਾਉਂਦੇ ਹਾਂ। ਇਹ ਬਹੁਤ ਜ਼ਿਆਦਾ ਪੀ-ਟੈਟ ਲਈ, ਸੀ-ਟੈਟ ਲਈ ਅਤੇ ਮਾਸਟਰ ਕੈਡਰ ਲਈ ਇੰਪੋਰਟੈਂਟ ਨੇ। ਵੀਡੀਓ ਨੂੰ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਆ ਕਰੋ। ਸਟਾਰਟ ਕਰਦੇ ਹਾਂ ਆਪਾਂ ਅੱਜ ਦਾ ਲੈਸਨ। 300 ਈਸਵੀ ਵਿੱਚ ਕੁਸ਼ਾਨਾਂ ਦੇ ਪਤਨ ਦੇ ਨਾਲ ਹੀ ਉੱਤਰੀ ਭਾਰਤ ਵਿੱਚ ਕਈ ਛੋਟੇ ਛੋਟੇ ਸੁਤੰਤਰ ਰਾਜਾਂ ਵਿੱਚ ਵੰਡਿਆ ਗਿਆ। ਇਹਨਾਂ ਵਿੱਚੋਂ ਇੱਕ ਅਜਿਹਾ ਰਾਜ ਪੂਰਬੀ ਉੱਤਰ ਪ੍ਰਦੇਸ਼ ਵਿੱਚ ਗੁਪਤਿਆਂ ਦਾ ਸੀ, ਜਿਹੜਾ ਕਿ ਮਹਾਰਾਜਾ ਗੁਪਤ ਨੇ ਸਥਾਪਿਤ ਕੀਤਾ ਸੀ। 300 ਈਸਵੀ ਵਿੱਚ ਕਿਹਨਾਂ ਦਾ ਪਤਨ ਹੋਇਆ ਸੀ? ਕੁਸ਼ਾਨਾਂ ਦਾ ਪਤਨ ਹੋਇਆ ਸੀ। ਫਿਰ ਉੱਤਰੀ ਭਾਰਤ ਜਿਹੜੇ ਕਿਵੇਂ ਦੇ ਹਿੱਸੇ ਵਿੱਚ ਵੰਡਿਆ ਗਿਆ? ਛੋਟੇ ਛੋਟੇ ਸੁਤੰਤਰ ਰਾਜਾਂ ਵਿੱਚ ਵੰਡਿਆ ਗਿਆ। ਇੱਕ ਅਜਿਹਾ ਹੀ ਰਾਜ ਸੀ ਜਿਹੜਾ ਕਿ ਪੂਰਬੀ ਉੱਤਰ ਪ੍ਰਦੇਸ਼ ਵਿੱਚ ਸੀ। ਕਿਹਨਾਂ ਦਾ ਸੀ? ਗੁਪਤਿਆਂ ਦਾ ਸੀ, ਜਿਨ੍ਹਾਂ ਦਾ ਕਿ ਜਿਹੜਾ ਕਿ ਮਹਾਰਾਜ ਗੁਪਤ ਨੇ ਸਥਾਪਿਤ ਕੀਤਾ ਸੀ। ਗੁਪਤਿਆਂ ਦਾ ਸਾਮਰਾਜ ਕਿਹਨੇ ਸਥਾਪਿਤ ਕੀਤਾ ਸੀ? ਗੁਪਤ ਨੇ। ਉਸਦੇ ਪੋਤਾ ਚੰਦਰਗੁਪਤ ਪਹਿਲਾ ਇਸ ਵੰਸ਼ ਦਾ ਪਹਿਲਾ ਵਰਣਨਯੋਗ ਰਾਜਾ ਸੀ, ਜਿਹੜਾ ਕਿ ਗੁਪਤ ਦਾ ਪੋਤਾ ਸੀ। ਚੰਦਰਗੁਪਤ ਬਹੁਤ ਜ਼ਿਆਦਾ ਹੀ ਮਹੱਤਵਪੂਰਨ ਸੀ, ਜਿਹੜਾ 319 ਈਸਵੀ ਵਿੱਚ ਸਿੰਘਾਸਨ 'ਤੇ ਬੈਠਾ। ਚੰਦਰਗੁਪਤ ਆ ਜਿਹੜਾ ਕਿ ਗੁਪਤ ਵੰਸ਼ ਦਾ ਕਦੋਂ ਜਿਹੜਾ ਗੱਦੀ 'ਤੇ ਬੈਠਾ? 319 ਈਸਵੀ ਦੇ ਵਿੱਚ। ਉਸਨੇ ਲਿच्छਵੀ ਵੰਸ਼ ਦੀ ਰਾਜਕੁਮਾਰੀ ਕੁਮਾਰ ਦੇਵੀ ਨਾਲ ਕੀ ਵਿਆਹ ਕਰਾਇਆ ਸੀ? ਚੰਦਰਗੁਪਤ ਦਾ ਕਿਸ ਨਾਲ ਵਿਆਹ ਹੋਇਆ ਸੀ? ਲਿच्छਵੀ ਵੰਸ਼ ਦੀ ਰਾਜਕੁਮਾਰੀ ਸੀ ਕੁਮਾਰ ਦੇਵੀ ਨਾਲ। ਆਪਣੇ ਰਾਜ ਵਿੱਚ ਮਗਧ ਨੂੰ ਮਿਲਾ ਕੇ ਇਸ ਦਾ ਵਿਸਥਾਰ ਕੀਤਾ। ਉਸਦਾ ਪੁੱਤਰ ਸਮੁੰਦਰਗੁਪਤ ਇਸ ਵੰਸ਼ ਦਾ ਸਭ ਤੋਂ ਮਹਾਨ ਜੇਤੂ ਸੀ। ਚੰਦਰਗੁਪਤ ਦਾ ਮੁੰਡਾ ਕੌਣ ਸੀ? ਸਮੁੰਦਰਗੁਪਤ, ਜੋ ਕਿ ਮਹਾਨ ਜੇਤੂ ਹੋਇਆ। ਮਹਾਨ ਗੁਪਤ ਸ਼ਾਸਕਾਂ ਬਾਰੇ ਆਪਾਂ ਪੜ੍ਹਦੇ ਹਾਂ। ਸਮੁੰਦਰਗੁਪਤ ਨੂੰ ਉਸਦੇ ਪਿਤਾ ਚੰਦਰਗੁਪਤ ਨੇ ਗੱਦੀ 'ਤੇ ਬੈਠਣ ਲਈ ਚੁਣਿਆ ਸੀ। ਲਗਭਗ 35 ਸਾਲਾਂ ਦੇ ਆਪਣੇ ਰਾਜਕਾਲ ਵਿੱਚ ਉਸਨੇ ਆਪਣੇ ਬਹੁਤ ਸਾਰੇ ਰਾਜਿਆਂ ਨੂੰ ਜਿੱਤ ਕੇ ਆਪਣੇ ਅਧੀਨ ਕਰ ਲਿਆ ਸੀ। ਉਸਦੀ ਸਫਲਤਾ ਦਾ ਵਰਣਨ ਉਸਦੇ ਰਾਜ ਕਵੀ ਹਰੀ ਸੇਨ ਨੇ ਇਲਾਹਾਬਾਦ ਵਿਖੇ ਸਤੰਭ ਲੇਖ ਵਿੱਚ ਕੀਤਾ ਹੈ। ਚੰਦਰਗੁਪਤ ਦਾ ਮੁੰਡਾ ਕੌਣ ਸੀ? ਸਮੁੰਦਰਗੁਪਤ। ਕਿੰਨੇ ਸਾਲ ਦੀ ਉਮਰ ਵਿੱਚ ਉਹ ਰਾਜ ਗੱਦੀ 'ਤੇ ਬੈਠਾ? 35 ਸਾਲਾਂ ਦੇ। ਅਤੇ ਉਸਨੇ ਕਿਸ ਨੂੰ ਉਸਦਾ ਜਿਹੜਾ ਕਿ ਰਾਜ ਕਵੀ ਕੌਣ ਸੀ? ਹਰੀ ਸੇਨ ਸੀ। ਸਮੁੰਦਰਗੁਪਤ ਦੀਆਂ ਸਫਲਤਾਵਾਂ ਦਾ ਵਰਣਨ ਕਿਸ ਨੇ ਕੀਤਾ ਸੀ? ਹਰੀ ਸੇਨ ਨੇ ਕੀਤਾ ਸੀ। ਕਿਹੜੇ ਸਤੰਭ ਲੇਖ ਵਿੱਚ? ਇਲਾਹਾਬਾਦ ਵਿਖੇ ਜਿਹੜਾ ਕਿ ਸਤੰਭ ਲੇਖ ਸੀ ਉਸ ਦੇ ਵਿੱਚ। ਸਮੁੰਦਰਗੁਪਤ ਨੇ ਉੱਤਰੀ ਭਾਰਤ, ਜਿਸ ਨੂੰ ਆਰੀਆਵਰਤ ਕਿਹਾ ਜਾਂਦਾ ਹੈ, ਅਤੇ 8 ਰਾਜਿਆਂ ਨੂੰ ਹਰਾ ਕੇ ਆਪਣੇ ਰਾਜ ਵਿੱਚ ਮਿਲਾ ਲਿਆ। ਉਸਨੇ ਦੱਖਣੀ ਭਾਰਤ ਉੱਤੇ ਚੜ੍ਹਾਈ ਕਰਕੇ 12 ਰਾਜਿਆਂ ਨੂੰ ਹਰਾਇਆ, ਪਰੰਤੂ ਉਸਦੀ ਅਧੀਨਤਾ ਮੰਨਣ ਤੋਂ ਉਸਨੇ ਉਹਨਾਂ ਦੇ ਰਾਜ ਉਹਨਾਂ ਨੂੰ ਵਾਪਸ ਕਰ ਦਿੱਤੇ। ਸਮੁੰਦਰਗੁਪਤ ਨੂੰ ਉੱਤਰੀ ਭਾਰਤ ਨੂੰ ਕੀ ਕਿਹਾ ਜਾਂਦਾ ਸੀ? ਆਰੀਆਵਰਤ ਕਿਹਾ ਜਾਂਦਾ ਸੀ। ਕਿੰਨੇ ਰਾਜਿਆਂ ਨੂੰ ਹਰਾਇਆ? 8 ਰਾਜਿਆਂ ਨੂੰ। ਦੱਖਣੀ ਭਾਰਤ ਵਿੱਚ ਕਿੰਨੇ ਰਾਜਿਆਂ ਨੂੰ ਹਰਾਇਆ? 12 ਰਾਜਿਆਂ ਨੂੰ। ਪਰੰਤੂ ਉਸਦੀ ਅਧੀਨਤਾ ਮੰਨਣ ਤੋਂ ਜਦੋਂ ਰਾਜੇ ਨੇ ਅਧੀਨਤਾ ਮੰਨ ਲਈ ਤਾਂ ਉਹਨਾਂ ਦੇ ਜਿਹੜੇ ਕਿ ਰਾਜ ਵਾਪਸ ਕਰ ਦਿੱਤੇ ਗਏ ਸੀ। ਹੋਰ ਕਈ ਸਰਹੱਦੀ ਰਾਜਾਂ ਅਤੇ ਗਣਤੰਤਰ ਰਾਜਾਂ ਨੇ ਉਸਦੀ ਅਧੀਨਤਾ ਸਵੀਕਾਰ ਕਰ ਲਈ। ਇਹਨਾਂ ਵਿੱਚ ਪੰਜਾਬ ਦੇ ਮਦਰਕ ਅਤੇ ਪੰਜਾਬ ਅਤੇ ਹਰਿਆਣੇ ਦੇ ਯਸ਼ੋਦੇ ਵੀ ਸ਼ਾਮਲ ਸਨ। ਕੁਝ ਵਿਦੇਸ਼ੀ ਤਾਕਤਾਂ ਨੇ, ਜਿਵੇਂ ਪੱਛਮੀ ਭਾਰਤ ਦੇ ਸ਼ਕ ਅਤੇ ਕੰਧਾਰ ਦੇ ਕੁਸ਼ਾਨ, ਸਰਹੱਦੀ ਪ੍ਰਦੇਸ਼, ਪਾਕਿਸਤਾਨ, ਅਫਗਾਨਿਸਤਾਨ ਦੇ ਕੁਝ ਹਿੱਸੇ, ਸ਼੍ਰੀਲੰਕਾ ਅਤੇ ਕੁਝ ਹੋਰਨਾਂ ਨੇ ਵੀ ਉਹਨਾਂ ਨਾਲ ਸੰਧੀਆਂ ਕਰਕੇ ਉਸਦੀ ਅਧੀਨਤਾ ਸਵੀਕਾਰ ਕਰ ਲਈ। ਸਮੁੰਦਰਗੁਪਤ ਇੱਕ ਮਹਾਨ ਯੋਧਾ ਅਤੇ ਸ਼ਾਸਕ ਸੀ। ਉਹ ਇੱਕ ਮਹਾਨ ਕਵੀ ਅਤੇ ਸੰਗੀਤਕਾਰ ਵੀ ਸੀ। ਉਸਨੇ ਬਹੁਤ ਸਾਰੇ ਸੋਨੇ ਦੇ ਸਿੱਕੇ ਜਾਰੀ ਕੀਤੇ। ਕੁਝ ਸਿੱਕਿਆਂ 'ਤੇ ਸਮੁੰਦਰਗੁਪਤ ਨੂੰ ਬੈਠ ਕੇ ਵੀਣਾ ਵਜਾਉਂਦੇ ਹੋਏ ਦਿਖਾਇਆ ਗਿਆ। ਉਸਦੇ ਦਰਬਾਰ ਵਿੱਚ ਬਹੁਤ ਸਾਰੇ ਵਿਦਵਾਨ ਅਤੇ ਕਲਾਕਾਰ ਸਨ। ਸਮੁੰਦਰਗੁਪਤ ਨੇ ਉੱਤਰੀ ਭਾਰਤ ਵਿੱਚ 8 ਰਾਜਿਆਂ ਨੂੰ ਹਰਾਇਆ ਅਤੇ ਦੱਖਣੀ ਭਾਰਤ ਵਿੱਚ 12 ਰਾਜਿਆਂ ਨੂੰ ਹਰਾਇਆ। ਅਤੇ ਸਮੁੰਦਰਗੁਪਤ ਇੱਕ ਮਹਾਨ ਯੋਧਾ ਸੀ, ਕਵੀ ਵੀ ਸੀ, ਸੰਗੀਤਕਾਰ ਵੀ ਸੀ। ਉਸਦੇ ਬਹੁਤ ਸਾਰੇ ਸੋਨੇ ਦੇ ਉਸਨੇ ਸਿੱਕੇ ਜਾਰੀ ਕੀਤੇ। ਸਮੁੰਦਰਗੁਪਤ ਨੂੰ ਸਿੱਕਿਆਂ 'ਤੇ ਕਿਸ ਤਰ੍ਹਾਂ ਦਾ ਦਿਖਾਇਆ ਗਿਆ? ਵੀਣਾ ਵਜਾਉਂਦੇ ਹੋਏ ਦਿਖਾਇਆ ਗਿਆ ਹੈ। ਵੀਣਾ ਕੀ ਹੈ? ਵੀਣਾ ਇੱਕ ਸਾਜ਼ ਹੈ। ਵੀਣਾ ਸਿਤਾਰ ਦੀ ਤਰ੍ਹਾਂ ਇੱਕ ਸਾਜ਼ ਹੁੰਦਾ ਹੈ। ਚੰਦਰਗੁਪਤ ਦੂਜਾ ਵਿਕਰਮਾਦਿੱਤਿਆ। ਉਜੈਨ ਦੇ ਮਸ਼ਹੂਰ ਰਾਜਾ ਵਿਕਰਮਾਦਿੱਤਿਆ ਅਤੇ ਉਸਦੇ ਦਰਬਾਰ ਦੇ 9 ਰਤਨਾਂ ਦੀਆਂ ਕਈ ਕਹਾਣੀਆਂ ਸੁਣੀਆਂ ਹੋਣਗੀਆਂ। ਉਹ ਸਮੁੰਦਰਗੁਪਤ ਦਾ ਪੁੱਤਰ ਚੰਦਰਗੁਪਤ ਦੂਜਾ ਹੀ ਸੀ। ਉਸ ਦੇ ਨਾਲ ਜੁੜੀਆਂ ਸਾਰੀਆਂ ਕਹਾਣੀਆਂ ਸ਼ਾਇਦ ਸੱਚ ਨਾ ਹੋਣ, ਉਸ ਦੇ ਆਪਣੇ ਜੀਵਨ ਦੀਆਂ ਨਾ ਹੋਣ,
ਪਰੰਤੂ ਇਹਨਾਂ ਤੋਂ ਪਤਾ ਲੱਗਦਾ ਹੈ ਕਿ ਉਹ ਪ੍ਰਾਚੀਨ ਕਾਲ ਦਾ ਇੱਕ ਲੋਕਪ੍ਰਿय ਰਾਜਾ ਸੀ। ਉਸਨੇ ਲਗਭਗ 380 ਤੋਂ 412 ਈਸਵੀ ਤੱਕ ਰਾਜ ਕੀਤਾ। ਸਿਰਫ ਇੰਨਾ ਦੇਖਣਾ ਆਪਣੇ ਚੰਦਰਗੁਪਤ ਦੂਜੇ ਦਾ ਜਿਹੜਾ ਕਿ ਰਾਜਕਾਲ ਕਦੋਂ ਤੋਂ ਕਦੋਂ ਤੱਕ 380 ਤੋਂ 412 ਈਸਵੀ ਤੱਕ। ਸਭ ਤੋਂ ਮਹੱਤਵਪੂਰਨ ਜਿੱਤ ਪੱਛਮੀ ਭਾਰਤ ਦੇ ਸ਼ਕਾਂ ਉੱਤੇ ਸੀ। ਚੰਦਰਗੁਪਤ ਦੂਜੇ ਨੇ ਜਿਹੜੀ ਕਿ ਪੱਛਮੀ ਭਾਰਤ ਦੇ ਸ਼ਕਾਂ ਨੂੰ ਹਰਾ ਦਿੱਤਾ ਸੀ। ਇਸ ਜਿੱਤ ਨਾਲ ਭਾਰਤ ਉੱਤੇ ਵਿਦੇਸ਼ੀ ਰਾਜ ਖਤਮ ਹੋ ਗਿਆ ਸੀ। ਦਿੱਲੀ ਵਿੱਚ ਕੁਤਬ ਮੀਨਾਰ ਦੇ ਕੋਲ ਲੱਗਿਆ ਲੋਹੇ ਦਾ ਵਿਸ਼ਾਲ ਸਤੰਭ ਇਸ ਦੁਆਰਾ ਹੀ ਬਣਾਇਆ ਗਿਆ। ਦਿੱਲੀ ਕੋਲ ਜਿਹੜਾ ਕਿ ਲੋਹੇ ਦਾ ਵਿਸ਼ਾਲ ਸਤੰਭ ਕਿਸ ਨੇ ਬਣਾਇਆ? ਚੰਦਰਗੁਪਤ ਵਿਕਰਮਾਦਿੱਤਿਆ ਦੂਜੇ ਨੇ ਬਣਾਇਆ ਸੀ। ਇਸ ਲੇਖ ਦੇ ਅਨੁਸਾਰ ਹੀ ਉਸਨੇ ਜਿਹੜਾ ਲੋਹ ਸਤੰਭ ਹੈ ਕੁਤਬ ਮੀਨਾਰ ਦੇ ਕੋਲ, ਇਹ ਚੰਦਰਗੁਪਤ ਦੀਆਂ ਜਿਹੜੀ ਕਿ ਸਫਲਤਾਵਾਂ ਦਾ ਵਰਣਨ ਦੱਸਦਾ ਹੈ। ਇਸ ਲੇਖ ਦੇ ਅਨੁਸਾਰ ਉਸਨੇ ਬੰਗਾਲ ਵਿੱਚ ਰਾਜਿਆਂ ਦੇ ਇੱਕ ਗੁੱਟ ਨੂੰ ਹਰਾਇਆ ਸੀ। ਉਸਦੀ ਮਸ਼ਹੂਰੀ ਦੱਖਣੀ ਭਾਰਤ ਵਿੱਚ ਫੈਲੀ ਹੋਈ ਸੀ। ਉਸਨੇ ਸਿੰਧ ਨਦੀ ਨੂੰ ਪਾਰ ਕਰਕੇ ਉੱਤਰੀ ਅਫਗਾਨਿਸਤਾਨ ਵਿੱਚ ਬਲਖ ਦੇ ਖੇਤਰ ਨੂੰ ਜਿੱਤਿਆ ਸੀ। ਹੋ ਸਕਦਾ ਹੈ ਕਿ ਉੱਥੇ ਉਸਨੇ ਖੰਖਾਰੂ ਹੂਣ ਕਬੀਲੇ ਨੂੰ ਹਰਾਇਆ ਹੋਵੇ। ਸ਼ਕ ਰਾਜਿਆਂ ਨੂੰ ਹਰਾਇਆ ਸੀ। ਇੰਪੋਰਟੈਂਟ ਹੈ ਕਿ ਚੰਦਰਗੁਪਤ ਦੂਜੇ ਨੇ ਤੇ 380 ਤੋਂ 412 ਈਸਵੀ ਤੱਕ ਟਾਈਮ ਪੀਰੀਅਡ ਸੀ ਚੰਦਰਗੁਪਤ ਦੂਜੇ ਦਾ। ਚੰਦਰਗੁਪਤ ਨੇ ਬਹੁਤ ਮਾਤਰਾ ਵਿੱਚ ਸੋਨੇ, ਚਾਂਦੀ ਅਤੇ ਤਾਂਬੇ ਦੇ ਸਿੱਕੇ ਜਾਰੀ ਕੀਤੇ। ਕਿਹੜੀ ਧਾਤੂ ਦੇ ਸਿੱਕੇ ਜਾਰੀ ਕੀਤੇ? ਸੋਨੇ ਦੇ, ਚਾਂਦੀ ਦੇ ਅਤੇ ਤਾਂਬੇ ਦੇ। ਉਸਦੇ ਸੋਨੇ ਦੇ ਸਿੱਕੇ ਬਹੁਤ ਸੋਹਣੇ ਸਨ। ਉਹਨਾਂ ਤੋਂ ਸਾਨੂੰ ਚੰਦਰਗੁਪਤ ਦੀਆਂ ਸਫਲਤਾਵਾਂ ਦੇ ਚਰਿੱਤਰ ਦਾ ਪਤਾ ਲੱਗਦਾ ਹੈ। ਚੰਦਰਗੁਪਤ ਭਗਵਾਨ ਵਿਸ਼ਨੂੰ ਦਾ ਭਗਤ ਸੀ। ਕਿਸ ਦਾ ਭਗਤ ਸੀ ਚੰਦਰਗੁਪਤ? ਭਗਵਾਨ ਵਿਸ਼ਨੂੰ ਦਾ। ਪਰੰਤੂ ਸਾਰੇ ਧਰਮਾਂ ਦਾ ਆਦਰ ਕਰਦਾ ਸੀ। ਉਸਨੇ ਵਿਕਰਮਾਦਿੱਤਿਆ ਦੀ ਉਪਾਧੀ ਧਾਰਨ ਕੀਤੀ ਸੀ, ਜਿਸ ਦਾ ਅਰਥ ਸੀ ਵੀਰਤਾ ਦਾ ਸੂਰਜ। ਵਿਕਰਮਾਦਿੱਤਿਆ ਦੀ ਉਪਾਧੀ ਸੀ ਜਿਹੜੀ, ਉਸਦਾ ਅਰਥ ਕੀ ਸੀ? ਵੀਰਤਾ ਦਾ ਸੂਰਜ। ਸਕੰਦਗੁਪਤ ਚੰਦਰਗੁਪਤ ਦੂਜੇ ਦਾ ਪੋਤਾ ਸੀ। ਸਕੰਦਗੁਪਤ ਇਸਨੇ 454 ਤੋਂ 467 ਈਸਵੀ ਤੱਕ ਰਾਜ ਕੀਤਾ। ਇਹ ਵੀ ਇੱਕ ਮਹਾਨ ਰਾਜਾ ਅਤੇ ਜੇਤੂ ਸੀ। ਉਸ ਦੇ ਰਾਜ ਗੱਦੀ 'ਤੇ ਬੈਠਣ ਤੋਂ ਛੇਤੀ ਬਾਅਦ ਹੀ ਹੂਣਾਂ ਨੇ ਭਾਰਤ ਉੱਤੇ ਹਮਲਾ ਕਰ ਦਿੱਤਾ। ਸਕੰਦਗੁਪਤ ਨੇ ਉਹਨਾਂ ਨੂੰ ਹਰਾ ਕੇ ਭਾਰਤ ਤੋਂ ਬਾਹਰ ਕੱਢ ਦਿੱਤਾ। ਪੁਸ਼ਯਮਿੱਤਰ ਨਾਂ ਦੀ ਇੱਕ ਹੋਰ ਜਾਤੀ ਨੂੰ ਵੀ ਉਸਨੇ ਹਰਾਇਆ। ਸਕੰਦਗੁਪਤ ਦੇ ਬਾਅਦ ਗੁਪਤ ਵੰਸ਼ ਦਾ ਪਤਨ ਸ਼ੁਰੂ ਹੋ ਗਿਆ। ਸਕੰਦਗੁਪਤ ਦੇ ਬਾਅਦ ਕਈ ਗੁਪਤ ਰਾਜੇ ਹੋਏ, ਪਰੰਤੂ ਉਹ ਜ਼ਿਆਦਾ ਸ਼ਕਤੀਸ਼ਾਲੀ ਨਹੀਂ ਹੋਏ। ਹੌਲੀ ਹੌਲੀ ਉਹਨਾਂ ਦੇ ਅਧੀਨ ਬਹੁਤ ਸਾਰੇ ਰਾਜੇ ਆਜ਼ਾਦ ਹੋ ਗਏ। ਇਸ ਦੇ ਨਾਲ ਹੀ ਹੂਣਾਂ ਅਤੇ ਵਿਦੇਸ਼ੀਆਂ ਦੇ ਹਮਲਿਆਂ ਨਾਲ 550 ਈਸਵੀ ਦੇ ਲਗਭਗ ਉਹਨਾਂ ਦੇ ਰਾਜ ਦਾ ਅੰਤ ਹੋ ਗਿਆ। ਅੰਤਿਮ ਜਿਹੜਾ ਸ਼ਕਤੀਸ਼ਾਲੀ ਰਾਜਾ ਕੌਣ ਸੀ? ਸਕੰਦਗੁਪਤ ਸੀ। ਇਸ ਤੋਂ ਬਾਅਦ ਵਾਲੇ ਜਿਹੜੇ ਕਿ ਰਾਜੇ ਅਯੋਗ ਨਿਕਲੇ, ਸ਼ਕਤੀਸ਼ਾਲੀ ਨਹੀਂ ਸੀ। ਇਸ ਕਰਕੇ ਜਿਹੜੇ ਕਿ ਬਹੁਤ ਸਾਰੇ ਰਾਜੇ ਸੀ ਆਜ਼ਾਦ ਹੋ ਗਏ ਸੀ ਅਤੇ ਹੂਣਾਂ ਦੇ ਹਮਲਿਆਂ ਨਾਲ ਅਤੇ ਹੋਰ ਬਹੁਤ ਸਾਰੇ ਹਮਲਿਆਂ ਦੇ ਨਾਲ ਜਿਹੜਾ ਕਿ 550 ਈਸਵੀ ਦੇ ਲਗਭਗ ਜਿਹੜਾ ਕਿ ਗੁਪਤ ਵੰਸ਼ ਦਾ ਪਤਨ ਹੋ ਗਿਆ ਸੀ। ਰਾਜ ਪ੍ਰਬੰਧ ਕਿਵੇਂ ਸੀ ਗੁਪਤ ਵੰਸ਼ ਦਾ? ਗੁਪਤ ਕਾਲ ਵਿੱਚ ਰਾਜੇ ਦਾ ਬਹੁਤ ਵੱਡਾ ਅਹੁਦਾ ਉੱਚਾ ਸੀ। ਉਹ ਮੰਤਰੀਆਂ ਅਤੇ ਹੋਰ ਵੱਡੇ ਅਫਸਰਾਂ ਦੀ ਸਹਾਇਤਾ ਨਾਲ ਰਾਜ ਪ੍ਰਬੰਧ ਕਰਦਾ ਸੀ। ਸਾਮਰਾਜ ਕਈ ਸੂਬਿਆਂ ਵਿੱਚ ਵੰਡਿਆ ਹੋਇਆ ਸੀ। ਜਿਹੜੇ ਕਿ ਰਾਜੇ ਨਾਲ ਮੰਤਰੀ ਹੁੰਦੇ ਸੀ, ਅਫਸਰ ਹੁੰਦੇ ਸੀ। ਸਾਮਰਾਜ ਕਿਹਨਾਂ ਵਿੱਚ ਵੰਡਿਆ ਹੋਇਆ ਸੀ? ਸੂਬਿਆਂ ਵਿੱਚ। ਸੂਬਿਆਂ ਦਾ ਰਾਜ ਪ੍ਰਬੰਧ ਜਿਹੜਾ ਸੰਭਾਲਦਾ ਸੀ ਉਸਨੂੰ ਕੀ ਕਿਹਾ ਜਾਂਦਾ ਸੀ? ਭੁਗਤੀ ਕਿਹਾ ਜਾਂਦਾ ਸੀ। ਇਹਨਾਂ ਦਾ ਸ਼ਾਸਨ ਪ੍ਰਬੰਧ ਗਵਰਨਰ ਕਰਦੇ ਸੀ। ਸੂਬਿਆਂ ਦਾ ਰਾਜ ਪ੍ਰਬੰਧ ਕੌਣ ਕਰਦੇ ਸੀ? ਗਵਰਨਰ ਕਰਦੇ ਸੀ। ਇਹਨਾਂ ਨੂੰ ਕੀ ਕਿਹਾ ਜਾਂਦਾ ਸੀ? ਭੁਗਤੀ, ਜਿਨ੍ਹਾਂ ਨੂੰ ਉਪਰਿਕ ਮਹਾਰਾਜ ਕਿਹਾ ਜਾਂਦਾ ਸੀ। ਜ਼ਿਲ੍ਹਿਆਂ ਨੂੰ ਵਿਸ਼ਿਆ ਕਹਿੰਦੇ ਸੀ। ਸਾਮਰਾਜ ਕਈ ਸੂਬਿਆਂ ਵਿੱਚ ਵੰਡਿਆ ਹੋਇਆ ਸੀ, ਜਿਨ੍ਹਾਂ ਨੂੰ ਭੁਗਤੀ ਕਿਹਾ ਜਾਂਦਾ ਸੀ। ਸਾਮਰਾਜ ਅੱਗੇ ਕਿਹਨਾਂ ਵਿੱਚ ਵੰਡਿਆ ਹੋਇਆ ਸੀ? ਭੁਗਤੀ ਵਿੱਚ ਵੰਡਿਆ ਹੋਇਆ ਸੀ। ਅਤੇ ਭੁਗਤੀ ਦਾ ਜਿਹੜਾ ਰਾਜ ਪ੍ਰਬੰਧ ਆ, ਸ਼ਾਸਨ ਪ੍ਰਬੰਧ ਆ, ਗਵਰਨਰ ਕਰਦੇ ਸੀ। ਗਵਰਨਰ ਨੂੰ ਕੀ ਕਿਹਾ ਜਾਂਦਾ ਸੀ? ਉਪਰਿਕ ਮਹਾਰਾਜ। ਜ਼ਿਲ੍ਹਿਆਂ ਨੂੰ ਅੱਗੇ ਵਿਸ਼ਿਆ ਕਹਿੰਦੇ ਸੀ। ਉਹਨਾਂ ਤੋਂ ਹੇਠਾਂ ਸ਼ਹਿਰ ਅਤੇ ਪਿੰਡ ਸਨ। ਸਾਮਰਾਜ ਦੀ ਰਾਜਧਾਨੀ ਪਾਟਲੀਪੁੱਤਰ ਸੀ। ਗੁਪਤ ਸਾਮਰਾਜ ਦੀ ਰਾਜਧਾਨੀ ਕਿਹੜੀ ਸੀ? ਪਾਟਲੀਪੁੱਤਰ। ਵੱਡੇ ਸਰਕਾਰੀ ਅਧਿਕਾਰੀਆਂ ਨੂੰ ਕੁਮਾਰ ਮਾਤਯ ਕਿਹਾ ਜਾਂਦਾ ਸੀ। ਵੱਡੇ ਸਰਕਾਰੀ ਅਧਿਕਾਰੀਆਂ ਨੂੰ ਕੀ ਕਿਹਾ ਜਾਂਦਾ ਸੀ? ਕੁਮਾਰ ਮਾਤਯ। ਇਹ ਅੱਜ ਕੱਲ੍ਹ ਦੀ ਤਰ੍ਹਾਂ IAS ਦੀ ਤਰ੍ਹਾਂ ਅਫਸਰ ਹੁੰਦੇ ਸਨ। ਇਹਨਾਂ ਨੂੰ ਕੋਈ ਮਹੱਤਵਪੂਰਨ ਅਹੁਦੇ ਦਿੱਤੇ ਜਾਂਦੇ ਸਨ, ਜਿਵੇਂ ਕਿ ਵਿਦੇਸ਼ ਮੰਤਰੀ, ਸੈਨਾਪਤੀ, ਗ੍ਰਹਿ ਸਕੱਤਰ ਆਦਿ। ਗੁਪਤ ਸ਼ਾਸਨ ਪ੍ਰਬੰਧ ਬੜੇ ਸੁਚੱਜੇ ਢੰਗ ਨਾਲ ਚਲਾਇਆ ਜਾਂਦਾ ਸੀ। ਸਮਾਜ ਕਿਹਾ ਜਿਹਾ ਸੀ। ਇਸ ਕਾਲ ਵਿੱਚ ਲੋਕ ਖੁਸ਼ਹਾਲ ਅਤੇ ਸੁਖੀ ਸਨ। ਇੱਕ ਚੀਨੀ ਯਾਤਰੀ ਫਾਹੀਜਾਨ ਜਿਹੜਾ ਚੰਦਰਗੁਪਤ ਦੂਜੇ ਦੇ ਸਮੇਂ ਭਾਰਤ ਆਇਆ। ਚੀਨੀ ਯਾਤਰੀ ਫਾਹੀਜਾਨ ਕਿਸ ਰਾਜੇ ਦੇ ਸਮੇਂ ਭਾਰਤ ਵਿੱਚ ਆਇਆ ਸੀ? ਚੰਦਰਗੁਪਤ ਦੂਜੇ ਦੇ ਸਮੇਂ। ਲੋਕ ਸੁਖੀ, ਇਮਾਨਦਾਰ ਸਨ। ਉਸ ਸਮੇਂ ਕਿਸੇ ਤਰ੍ਹਾਂ ਦਾ ਅਪਰਾਧ ਜਾਂ ਚੋਰੀਆਂ ਨਹੀਂ ਹੁੰਦੀਆਂ ਸਨ। ਲੋਕ ਬਾਹਰ ਜਾਣ ਲੱਗਿਆਂ ਘਰਾਂ ਨੂੰ ਤਾਲੇ ਨਹੀਂ ਲਗਾਉਂਦੇ ਸਨ। ਉਸ ਸਮੇਂ ਘਰ ਬਹੁਤ ਘੱਟ ਲਗਾਏ ਜਾਂਦੇ ਸਨ।
ਜ਼ਿਆਦਾਤਰ ਲੋਕ ਮਾंस ਨਹੀਂ ਖਾਂਦੇ ਸਨ। ਜਾਤ ਪ੍ਰਥਾ ਬਹੁਤ ਕਠੋਰ ਹੋ ਗਈ ਸੀ। ਕੋਈ ਵੀ ਵਿਅਕਤੀ ਆਪਣੀ ਮਰਜ਼ੀ ਨਾਲ ਜਾਤ ਨਹੀਂ ਬਦਲ ਸਕਦਾ ਸੀ। ਲੋਕ ਬਾਹਰ ਜਾਣ ਲੱਗੇ ਘਰਾਂ ਨੂੰ ਤਾਲੇ ਕਿਉਂ ਨਹੀਂ ਲਗਾਉਂਦੇ ਸਨ? ਕਿਉਂਕਿ ਉਸ ਟਾਈਮ ਚੋਰੀ ਵਗੈਰਾ ਨਹੀਂ ਹੁੰਦੀ ਸੀ, ਇਸ ਕਰਕੇ ਉਹ ਘਰਾਂ ਨੂੰ ਤਾਲੇ ਨਹੀਂ ਲਗਾਉਂਦੇ ਸੀ। ਆਰਥਿਕ ਜੀਵਨ ਕਿਹਾ ਜਾ ਸੀ ਪਹਿਲਾਂ ਹੀ ਲੋਕ ਖੁਸ਼ਹਾਲ ਸਨ, ਟੈਕਸ ਬਹੁਤ ਘੱਟ ਲਗਾਏ ਜਾਂਦੇ ਸਨ ਅਤੇ ਇਸ ਲਈ ਲੋਕ ਖੁਸ਼ਹਾਲ ਹੋਣਗੇ। ਉਸ ਸਮੇਂ ਰੋਜ਼ਾਨਾ ਲੋੜ ਦੀਆਂ ਚੀਜ਼ਾਂ ਬਹੁਤ ਸਸਤੀਆਂ ਸਨ। ਇਹਨਾਂ ਨੂੰ ਖਰੀਦਣ ਲਈ ਆਮ ਆਦਮੀ ਕੌਡੀਆਂ ਜਾਂ ਤਾਂਬੇ ਦੇ ਸਿੱਕੇ ਵਰਤਦਾ ਸੀ। ਆਮ ਆਦਮੀ ਜਿਹੜਾ ਕਿ ਕਿਸ ਨਾਲ ਜਿਹੜੀਆਂ ਕਿ ਵਸਤਾਂ ਖਰੀਦਦਾ ਸੀ ਰੋਜ਼ਾਨਾ ਦੀਆਂ ਕੌਡੀਆਂ ਅਤੇ ਤਾਂਬੇ ਦੇ ਸਿੱਕਿਆਂ ਨਾਲ, ਪਰ ਸਭ ਤੋਂ ਜ਼ਿਆਦਾ ਸੋਨੇ ਦੇ ਸਿੱਕੇ ਜਿਨ੍ਹਾਂ ਨੂੰ ਦਿਨਾਰ ਕਿਹਾ ਜਾਂਦਾ। ਸੋਨੇ ਦੇ ਸਿੱਕਿਆਂ ਨੂੰ ਕੀ ਕਿਹਾ ਜਾਂਦਾ? ਦਿਨਾਰ। ਇਸ ਕਾਲ ਵਿੱਚ ਜਾਰੀ ਕੀਤੇ ਸਭ ਤੋਂ ਜ਼ਿਆਦਾ ਜਿਹੜੇ ਸੋਨੇ ਦੇ ਸਿੱਕੇ ਕਿਸ ਕਾਲ ਵਿੱਚ ਜਾਰੀ ਕੀਤੇ? ਗੁਪਤ ਕਾਲ ਵਿੱਚ। ਅਤੇ ਸੋਨੇ ਦੇ ਸਿੱਕਿਆਂ ਨੂੰ ਕੀ ਕਿਹਾ ਜਾਂਦਾ ਹੈ? ਦਿਨਾਰ ਕਿਹਾ ਜਾਂਦਾ ਹੈ। ਗੁਪਤ ਕਾਲ ਦੇ ਸੋਨੇ ਦੇ ਸਿੱਕੇ ਸੰਕੇਤ ਕਰਦੇ ਹਨ ਕਿ ਉਸ ਸਮੇਂ ਦੇਸ਼ ਵਿਦੇਸ਼ ਨਾਲ ਵਪਾਰ ਬਹੁਤ ਉੱਨਤ ਸੀ। ਦੱਖਣੀ ਪੂਰਬੀ ਏਸ਼ੀਆ ਦੇ ਦੇਸ਼ਾਂ ਜਿਵੇਂ ਕਿ ਮਿਆਂਮਾਰ, ਥਾਈਲੈਂਡ, ਮਲੇਸ਼ੀਆ, ਵੀਅਤਨਾਮ, ਇੰਡੋਨੇਸ਼ੀਆ ਆਦਿ ਦੇ ਨਾਲ ਵਪਾਰਿਕ ਅਤੇ ਸੰਸਕ੍ਰਿਤੀ ਸੰਬੰਧ ਵੀ ਸਥਾਪਿਤ ਸਨ। ਚੀਨ, ਮੱਧ ਏਸ਼ੀਆ ਅਤੇ ਯੂਰਪ ਦੇ ਦੇਸ਼ਾਂ ਨਾਲ ਵੀ ਭਾਰਤ ਦੇ ਵਪਾਰਿਕ ਸੰਬੰਧ ਸਨ। ਸੋਨੇ ਦੇ ਸਿੱਕਿਆਂ ਨੂੰ ਕੀ ਕਿਹਾ ਜਾਂਦਾ ਸੀ? ਸੋਨੇ ਦੇ ਸਿੱਕਿਆਂ ਨੂੰ ਦਿਨਾਰ ਕਿਹਾ ਜਾਂਦਾ ਸੀ। ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਸੀ। ਇਸ ਦੇ ਇਲਾਵਾ ਪਸ਼ੂ ਪਾਲਣ, ਉਦਯੋਗਿਕ ਧੰਦੇ, ਵਪਾਰ ਵੀ ਮਸ਼ਹੂਰ ਕੀਤੇ ਸਨ। ਸੇਠਾਂ, ਵਪਾਰੀਆਂ, ਉਤਪਾਦਕਾਂ ਦੇ ਆਪਣੇ ਆਪਣੇ ਸੰਘ ਸਨ, ਜਿਨ੍ਹਾਂ ਨੂੰ ਸ਼੍ਰੇਣੀ ਜਾਂ ਨਿਗਮ ਕਿਹਾ ਜਾਂਦਾ ਸੀ। ਸੇਠਾਂ ਜਾਂ ਬੈਂਕਰਾਂ ਦੇ ਅਤੇ ਵਪਾਰੀਆਂ ਅਤੇ ਉਤਪਾਦਕਾਂ ਦੇ ਆਪਣੇ ਆਪਣੇ ਕੀ ਹੁੰਦੇ ਸੀ? ਸੰਘ ਹੁੰਦੇ ਸੀ। ਇਹਨਾਂ ਨੂੰ ਕੀ ਕਿਹਾ ਜਾਂਦਾ ਸੀ? ਸ਼੍ਰੇਣੀ ਜਾਂ ਨਿਗਮ ਕਿਹਾ ਜਾਂਦਾ ਸੀ। ਉਹ ਆਪਣੇ ਆਪਣੇ ਕਿੱਤੇ ਦਾ ਸੰਗਠਨ ਕਰਦੇ ਸਨ। ਕਲਾ ਅਤੇ ਸਾਹਿਤ। ਗੁਪਤ ਕਾਲ ਵਿੱਚ ਉੱਚ ਦਰਜੇ ਦੇ ਸਾਹਿਤ ਅਤੇ ਕਲਾ ਦੀ ਰਚਨਾ ਹੋਈ। ਸੰਸਕ੍ਰਿਤੀ ਦੇ ਪ੍ਰਸਿੱਧ ਕਵੀ ਕਾਲੀਦਾਸ ਨੇ ਬਹੁਤ ਸਾਰੇ ਨਾਟਕ ਅਤੇ ਕਵਿਤਾਵਾਂ ਲਿਖੀਆਂ। ਕਾਲੀਦਾਸ ਕਿਸ ਭਾਸ਼ਾ ਦਾ ਕਵੀ? ਸੰਸਕ੍ਰਿਤੀ 'ਚ ਲਿਖਦਾ ਸੀ ਨਾਟਕ ਕਵਿਤਾਵਾਂ। ਅਤੇ ਕਿਸ ਕਾਲ ਦਾ ਸੀ? ਗੁਪਤ ਕਾਲ ਦਾ। ਉਹਨਾਂ ਦੁਆਰਾ ਲਿਖਿਆ ਨਾਟਕ ਸ਼ਕੁੰਤਲਾ ਅਤੇ ਕਾਵਿ ਮੇਘਦੂਤ ਬਹੁਤ ਮਸ਼ਹੂਰ ਹਨ। ਕਾਲੀਦਾਸ ਦੇ ਕਿਹੜੇ ਕਿਹੜੇ ਨਾਟਕ ਨੇ? ਸ਼ਕੁੰਤਲਾ ਅਤੇ ਕਾਵਿ ਮੇਘਦੂਤ। ਅਮਰ ਸਿੰਘ ਸ਼ੂਦਰਕ, ਦਨਿੰਦਨ ਇਸ ਕਾਲ ਦੇ ਹੋਰ ਪ੍ਰਸਿੱਧ ਵਿਦਵਾਨ ਸਨ। ਹੋਰ ਵਿਦਵਾਨ ਕਿਹੜੇ ਸਨ ਕਾਲੀਦਾਸ ਤੋਂ ਇਲਾਵਾ? ਅਮਰ ਸਿੰਘ ਸ਼ੂਦਰਕ, ਦਨਿੰਦਨ ਇਸ ਕਾਲ ਦੇ ਪ੍ਰਸਿੱਧ ਸ਼ਾਸਕ ਸਨ। ਮਥੁਰਾ ਇਸ ਕਾਲ ਵਿੱਚ ਕਲਾ ਦਾ ਇੱਕ ਪ੍ਰਸਿੱਧ ਕੇਂਦਰ ਬਣ ਗਿਆ। ਬੁੱਧ, ਜੈਨ ਅਤੇ ਹਿੰਦੂ ਦੇਵੀ ਦੇਵਤਿਆਂ ਦੇ ਬਹੁਤ ਸੁੰਦਰ ਮੂਰਤੀਆਂ ਬਣਾਈਆਂ ਗਈਆਂ। ਕਿਹੜਾ ਸੀ ਜਿਹੜਾ ਕਿ ਕਲਾ ਦਾ ਪ੍ਰਸਿੱਧ ਕੇਂਦਰ ਬਣਿਆ? ਮਥੁਰਾ। ਇੱਥੇ ਕਿਹੜੀਆਂ ਮੂਰਤੀਆਂ ਬਣਾਈਆਂ ਜਾਂਦੀਆਂ ਸੀ? ਬੁੱਧ, ਜੈਨ ਅਤੇ ਹਿੰਦੂ ਦੇਵੀ ਦੇਵਤਿਆਂ ਦੀਆਂ। ਉੱਤਰ ਪ੍ਰਦੇਸ਼ ਵਿੱਚ ਵਾਰਾਣਸੀ ਦੇ ਕੋਲ ਸਾਰਨਾਥ ਵੀ ਖੂਬਸੂਰਤ ਮੂਰਤੀਆਂ ਲਈ ਪ੍ਰਸਿੱਧ ਸੀ। ਇਸ ਸਮੇਂ ਕਈ ਸੁੰਦਰ ਮੰਦਰ ਵੀ ਬਣਾਏ ਗਏ। ਮੱਧ ਪ੍ਰਦੇਸ਼ ਵਿੱਚ ਦੇਵਗੜ੍ਹ ਅਤੇ ਕਾਨਪੁਰ ਦੇ ਨੇੜੇ ਪਿਤਰੀ ਪਿੰਡ ਦੇ ਮੰਦਰ ਬਹੁਤ ਪ੍ਰਸਿੱਧ ਸਨ। ਮੱਧ ਪ੍ਰਦੇਸ਼ ਵਿੱਚ ਕਿਹੜਾ ਮੰਦਰ ਸੀ? ਦੇਵਗੜ੍ਹ ਦਾ। ਕਾਨਪੁਰ ਦੇ ਨੇੜੇ ਪਿਤਰੀ ਪਿੰਡ ਦੇ ਮੰਦਰ। ਮਹਾਰਾਸ਼ਟਰ ਵਿੱਚ ਔਰੰਗਾਬਾਦ ਦੇ ਨੇੜੇ ਕੀ ਸੀ? ਅਜੰਤਾ ਦੀਆਂ ਗੁਫਾਵਾਂ ਸੀ। ਮਹਾਰਾਸ਼ਟਰ ਵਿੱਚ ਔਰੰਗਾਬਾਦ ਦੇ ਨੇੜੇ ਕਿਹੜੀਆਂ ਗੁਫਾਵਾਂ ਸੀ? ਅਜੰਤਾ ਦੀਆਂ। ਸੁੰਦਰ ਭਿੱਤੀ ਚਿੱਤਰਾਂ ਲਈ ਮਸ਼ਹੂਰ ਸੀ। ਇਹ ਗੁਫਾਵਾਂ ਇਸੇ ਕਾਲ ਵਿੱਚ ਬਣਾਈਆਂ ਗਈਆਂ। ਗੁਪਤ ਕਾਲ ਦੇ ਰਾਜਿਆਂ ਨੇ ਇਹਨਾਂ ਗੁਫਾਵਾਂ ਨੂੰ ਬੌਧ ਭਿਕਸ਼ੂਆਂ ਦੇ ਰਹਿਣ ਅਤੇ ਪੂਜਾ ਕਰਨ ਲਈ ਬਣਾਇਆ ਸੀ। ਜਿਹੜੀਆਂ ਮਹਾਰਾਸ਼ਟਰ ਦੇ ਵਿੱਚ ਔਰੰਗਾਬਾਦ ਆ ਉਸ ਦੇ ਵਿੱਚ ਅਜੰਤਾ ਦੀਆਂ ਗੁਫਾਵਾਂ ਬਣਾਈਆਂ ਗਈਆਂ। ਇਹ ਕਿਹਨਾਂ ਲਈ ਬਣਾਈਆਂ ਗਈਆਂ ਸੀ? ਬੌਧ ਭਿਕਸ਼ੂਆਂ ਦੇ ਰਹਿਣ ਲਈ ਅਤੇ ਪੂਜਾ ਕਰਨ ਲਈ ਬਣਾਈਆਂ ਸੀ। ਗੁਪਤ ਕਾਲ ਵਿੱਚ ਸਾਂਚੀ ਦਾ ਸਤੂਪ ਦਾ ਪੁਨਰ ਨਿਰਮਾਣ ਕੀਤਾ ਗਿਆ। ਸਾਂਚੀ ਦੇ ਸਤੂਪ ਦਾ ਜਿਹੜਾ ਕਿ ਪੁਨਰ ਨਿਰਮਾਣ ਕਿਸ ਕਾਲ ਵਿੱਚ ਕੀਤਾ ਗਿਆ? ਗੁਪਤ ਕਾਲ ਵਿੱਚ। ਵਿਗਿਆਨ ਅਤੇ ਤਕਨੀਕੀ ਕਿਵੇਂ ਦੀ ਸੀ ਗੁਪਤ ਕਾਲ ਵਿੱਚ? ਗੁਪਤ ਰਾਜਿਆਂ ਦੀ ਸਰਪ੍ਰਸਤੀ ਵਿੱਚ ਵਿਗਿਆਨ ਅਤੇ ਤਕਨੀਕੀ ਦੀ ਵੀ ਬਹੁਤ ਉੱਨਤੀ ਹੋਈ। ਪ੍ਰਸਿੱਧ ਵਿਗਿਆਨੀ ਆਰੀਆ ਭੱਟ ਨੇ ਆਪਣੀ ਪੁਸਤਕ ਆਰੀਆ ਭੱਟਿਆ ਦੀ ਰਚਨਾ ਕੀਤੀ। ਆਰੀਆ ਭੱਟ ਕਿਸੇ ਵਿਗਿਆਨੀ ਸੀ। ਉਸਦੀ ਪੁਸਤਕ ਦਾ ਨਾਮ ਕੀ ਸੀ? ਆਰੀਆ ਭੱਟੀ। ਇਸ ਪੁਸਤਕ ਵਿੱਚ ਦੱਸਿਆ ਕਿ ਪ੍ਰਿਥਵੀ ਸੂਰਜ ਦੇ ਆਲੇ ਦੁਆਲੇ ਚੱਕਰ ਕੱਟਦੀ ਹੈ। ਆਰੀਆ ਭੱਟ ਦੀ ਪੁਸਤਕ ਵਿੱਚ ਪ੍ਰਿਥਵੀ ਬਾਰੇ ਕੀ ਦੱਸਿਆ ਕਿ ਪ੍ਰਿਥਵੀ ਸੂਰਜ ਦੇ ਦੁਆਲੇ ਚੱਕਰ ਕੱਟਦੀ ਹੈ। ਸੂਰਜ ਅਤੇ ਚੰਦਰਮਾ ਦੇ ਗ੍ਰਹਿਣ ਕਿਸ ਪ੍ਰਕਾਰ ਲੱਗਦੇ ਨੇ ਇਹ ਦੱਸਿਆ ਗਿਆ। ਹਿਸਾਬ ਵਿੱਚ ਦਸ਼ਮਲਵ ਦੀ ਵਰਤੋਂ ਇਸ ਸਮੇਂ ਗਿਆਨ ਸੀ। ਇਸ ਕਾਲ ਵਿੱਚ ਗਣਿਤ, ਖਗੋਲ ਸ਼ਾਸਤਰ ਅਤੇ ਵਿਗਿਆਨ ਦੇ ਹੋਰ ਵਿਸ਼ਿਆਂ ਉੱਤੇ ਵੀ ਬਹੁਤ ਸਾਰੀਆਂ ਵਸਤੂਆਂ ਲਿਖੀਆਂ ਗਈਆਂ। ਵਿਗਿਆਨੀ ਕੌਣ ਸੀ? ਆਰੀਆ ਭੱਟ। ਉਸਦੀ ਪੁਸਤਕ ਆਰੀਆ ਭੱਟਿਆ ਸੀ। ਉਸਦੀ ਪੁਸਤਕ ਵਿੱਚ ਕੀ ਕੁਛ ਦੱਸਿਆ ਗਿਆ? ਪ੍ਰਿਥਵੀ ਸੂਰਜ ਦੇ ਆਲੇ ਦੁਆਲੇ ਚੱਕਰ ਕੱਟਦੀ ਹੈ। ਸੂਰਜ ਅਤੇ ਚੰਦਰਮਾ ਦਾ ਗ੍ਰਹਿਣ ਕਿਵੇਂ ਲੱਗਦਾ ਹੈ। ਹਿਸਾਬ ਵਿੱਚ ਦਸ਼ਮਲਵ ਪ੍ਰਣਾਲੀ ਵੀ ਜਿਹੜੀ ਕਿ ਗੁਪਤ ਕਾਲ ਵਿੱਚ ਵਰਤੀ ਗਈ। ਮਹਿਰੌਲੀ ਵਿੱਚ ਕੀ ਕੁਤਬ ਮੀਨਾਰ ਦੇ ਨੇੜੇ ਲੱਗਾ ਹੈ ਲੋਹੇ ਦਾ ਵਿਸ਼ਾਲ ਸਤੰਭ, ਜਿਹੜਾ ਕਿ ਚੰਦਰਗੁਪਤ ਦੇ ਜਿੱਤਾਂ ਬਾਰੇ
ਵਰਣਨ ਕਰਦਾ ਹੈ। ਇਸੇ ਕਾਲ ਵਿੱਚ ਬਣਾਇਆ ਗਿਆ ਇਹ ਸਤੰਭ 23 ਫੁੱਟ ਉੱਚਾ 7.5 ਟਨ ਵਜ਼ਨ ਦਾ ਹੈ। ਮਹਿਰੌਲੀ ਦੇ ਕੁਤਬ ਮੀਨਾਰ ਦੇ ਜਿਹੜਾ ਲੋਹੇ ਦਾ ਸਤੰਭ ਉਸ ਦਾ ਆਕਾਰ ਕੀ ਹੈ 23 ਫੁੱਟ ਉੱਚਾ ਅਤੇ 7.5 ਟਨ ਵਜ਼ਨ ਹੈ। ਲੋਹੇ ਦੇ ਬਣੇ ਸਤੰਭ ਉੱਤੇ 1600 ਸਾਲ ਬਾਅਦ ਵੀ ਜੰਗ ਦਾ ਨਿਸ਼ਾਨ ਨਹੀਂ ਲੱਗੇ। ਇਸੇ ਤਰ੍ਹਾਂ ਬਿਹਾਰ ਦੇ ਸੁਲਤਾਨਗੰਜ ਤੋਂ ਮਹਾਤਮਾ ਬੁੱਧ ਦੀ ਇੱਕ ਕਾਂਸੇ ਦੀ ਮੂਰਤੀ ਮਿਲੀ ਹੈ। ਕਿੱਥੋਂ ਮਹਾਤਮਾ ਬੁੱਧ ਦੀ ਕਾਂਸੇ ਦੀ ਮੂਰਤੀ ਮਿਲੀ ਹੈ? ਬਿਹਾਰ ਦੇ ਵਿੱਚ ਸੁਲਤਾਨਗੰਜ ਤੋਂ ਮਹਾਤਮਾ ਬੁੱਧ ਦੀ ਕਾਂਸੇ ਦੀ ਮੂਰਤੀ ਮਿਲੀ ਆ। ਗੁਪਤ ਕਾਲ ਦੀ ਬਣੀ ਹੋਈ ਇਹ 7.5 ਫੁੱਟ ਉੱਚੀ ਮੂਰਤੀ ਅੱਜ ਕੱਲ੍ਹ ਇੰਗਲੈਂਡ ਦੇ ਬ੍ਰਿੰਗਮ ਅਜਾਇਬ ਘਰ ਵਿੱਚ ਰੱਖੀ ਹੋਈ ਹੈ। ਅੱਜ ਕੱਲ੍ਹ ਕਿੱਥੇ ਹੈ? ਇੰਗਲੈਂਡ ਦੇ ਵਿੱਚ ਹੈ, ਬ੍ਰਿੰਗਮ ਘਰ ਦੇ ਵਿੱਚ, ਅਜਾਇਬ ਘਰ ਵਿੱਚ। ਕਿੱਥੋਂ ਮਿਲੀ ਸੀ ਮਹਾਤਮਾ ਬੁੱਧ ਦੀ ਕਾਂਸੇ ਦੀ ਜਿਹੜੀ ਮੂਰਤੀ ਸੀ? ਬਿਹਾਰ ਤੇ ਸੁਲਤਾਨਗੰਜ ਤੋਂ। ਇਹਨਾਂ ਸਾਰੀਆਂ ਗੱਲਾਂ ਤੋਂ ਪਤਾ ਲੱਗਦਾ ਕਿ ਗੁਪਤ ਕਾਲ ਵਿੱਚ ਹਰੇਕ ਖੇਤਰ ਵਿੱਚ ਬਹੁਤ ਉન્નਤੀ ਹੋਈ। ਇਸ ਕਾਲ ਨੂੰ ਭਾਰਤ ਦਾ ਸੁਨਹਿਰੀ ਯੁੱਗ ਕਿਹਾ ਜਾਂਦਾ ਹੈ। ਕਿਸ ਕਾਲ ਨੂੰ ਭਾਰਤ ਦਾ ਸੁਨਹਿਰੀ ਯੁੱਗ ਕਿਹਾ ਜਾਂਦਾ ਹੈ? ਗੁਪਤ ਕਾਲ ਨੂੰ। ਆਪਾਂ ਪੜ੍ਹ ਚੁੱਕੇ ਹਾਂ ਕਿ ਪਹਿਲਾ ਰਾਜਾ ਕੌਣ ਸੀ? ਗੁਪਤ ਸੀ। ਫਿਰ ਉਸ ਦਾ ਪੋਤਾ ਸੀ ਜਿਹੜਾ ਕਿ ਚੰਦਰਗੁਪਤ ਦੂਜਾ। ਚੰਦਰਗੁਪਤ ਦੂਜੇ ਦਾ ਪੁੱਤਰ ਸੀ ਸਿਕੰਦਰਗੁਪਤ, ਜਿਸ ਨੇ ਕਿ ਉੱਤਰ ਭਾਰਤ ਵਿੱਚ 8 ਰਾਜਿਆਂ ਅਤੇ ਦੱਖਣੀ ਭਾਰਤ ਵਿੱਚ 12 ਰਾਜਿਆਂ ਨੂੰ ਹਰਾ ਕੇ ਆਪਣੇ ਰਾਜ ਦਾ ਵਿਸਤਾਰ ਕੀਤਾ। ਉਸ ਤੋਂ ਬਾਅਦ ਆਖਰੀ ਸ਼ਕਤੀਸ਼ਾਲੀ ਰਾਜਾ ਜਿਹੜਾ ਕਿ ਸਕੰਦਗੁਪਤ ਸੀ। 550 ਈਸਵੀ ਦੇ ਵਿੱਚ ਜਿਹੜਾ ਕਿ ਗੁਪਤ ਕਾਲ ਦਾ ਪਤਨ ਹੋਣਾ ਸ਼ੁਰੂ ਹੋ ਗਿਆ ਸੀ, ਕਿਉਂਕਿ ਜਿਹੜੇ ਕਿ ਬਾਅਦ ਵਾਲੇ ਰਾਜੇ ਸੀ ਅਯੋਗ ਸੀ। ਵਿਗਿਆਨ ਤਕਨੀਕੀ ਦਾ ਕਿਵੇਂ ਵਿਕਾਸ ਹੋਇਆ? ਵਿਗਿਆਨੀ ਆਰੀਆ ਭੱਟ ਸੀ। ਉਸਨੇ ਸੂਰਜ, ਚੰਦਰਮਾ ਬਾਰੇ, ਪ੍ਰਿਥਵੀ ਬਾਰੇ ਦੱਸਿਆ, ਦਸ਼ਮਲਵ ਪ੍ਰਣਾਲੀ ਬਾਰੇ ਦੱਸਿਆ। ਅਤੇ ਜਿਹੜਾ ਮਹਿਰੌਲੀ ਵਿੱਚ ਲੋਹ ਸਤੰਭ ਬਣਿਆ ਹੋਇਆ ਕੁਤਬ ਮੀਨਾਰ ਦੇ ਨੇੜੇ, ਉਹ ਚੰਦਰਗੁਪਤ ਦੇ ਜੀਵਨ ਕਾਲ ਬਾਰੇ ਜਾਂ ਉਸਦੀਆਂ ਜਿੱਤਾਂ ਬਾਰੇ ਦੱਸਦਾ ਹੈ। ਇਸ ਦਾ ਆਕਾਰ 23 ਫੁੱਟ 7.5 ਫੁੱਟ ਟਨ 23 ਫੁੱਟ ਉੱਚਾ ਅਤੇ 7.5 ਟਨ ਵਜ਼ਨ ਦਾ ਹੈ। ਅਤੇ ਮਹਾਤਮਾ ਬੁੱਧ ਦੀ ਕਾਂਸੇ ਦੀ ਮੂਰਤੀ ਬਿਹਾਰ ਦੇ ਸੁਲਤਾਨਗੰਜ ਤੋਂ ਮਿਲੀ ਆ। ਅੱਜ ਕੱਲ੍ਹ ਇਹ ਇੰਗਲੈਂਡ ਵਿੱਚ ਬ੍ਰਿੰਗਮ ਅਜਾਇਬ ਘਰ ਵਿੱਚ ਰੱਖੀ ਗਈ ਹੈ। ਇਸ ਕਰਕੇ ਗੁਪਤ ਕਾਲ ਨੂੰ ਕੀ ਕਿਹਾ ਜਾਂਦਾ ਹੈ? ਭਾਰਤ ਦਾ ਸੁਨਹਿਰੀ ਕਾਲ ਕਿਹਾ ਜਾਂਦਾ ਹੈ। ਇਹ ਸੀ ਅੱਜ ਦਾ ਆਪਣਾ ਗੁਪਤ ਸਾਮਰਾਜ ਬਾਰੇ ਪਾਠ। ਰੀਡਿੰਗ ਕਿਵੇਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ। ਉਮੀਦ ਹੈ ਕਿ ਤੁਹਾਨੂੰ ਇਹ ਸਮਝ ਚੰਗੀ ਤਰ੍ਹਾਂ ਆ ਗਿਆ ਹੋਵੇਗਾ, ਕਿਉਂਕਿ ਬਹੁਤ ਜ਼ਿਆਦਾ ਸੌਖੀ ਲੈਂਗੁਏਜ ਦੇ ਵਿੱਚ ਸਮਝਾਇਆ ਗਿਆ ਹੈ। ਅਤੇ ਇਹ ਵੀਡੀਓ ਨੂੰ ਨਾ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਆ ਕਰੋ। ਇੰਪੋਰਟੈਂਟ ਜਿਹੜੇ ਕਿ ਪ੍ਰਸ਼ਨ ਉੱਤਰ ਦੱਸੇ ਜਾਂਦੇ ਨੇ ਲੈਸਨ ਰੀਡਿੰਗ ਕਰਨ ਤੋਂ ਬਾਅਦ। ਇਹ ਸੀ-ਟੈਟ ਲਈ, ਪੀ-ਟੈਟ ਲਈ ਅਤੇ ਮਾਸਟਰ ਕੈਡਰ ਲਈ ਤੁਹਾਨੂੰ ਬਹੁਤ ਜ਼ਿਆਦਾ ਇੰਪੋਰਟੈਂਟ ਨੇ। ਤੁਹਾਨੂੰ ਬੁੱਕ ਚੱਕਣ ਦੀ ਲੋੜ ਨਹੀਂ ਹੈਗੀ। ਇਸ ਵੀਡੀਓ ਦੇ ਨਾਲ ਹੀ ਤੁਹਾਡੇ ਜਿਹੜੇ ਨੇ ਪੰਜਾਬ ਬੋਰਡ ਦੀਆਂ ਪੁਸਤਕਾਂ ਦੇ ਵਿੱਚੋਂ ਆਉਣ ਵਾਲੇ ਪ੍ਰਸ਼ਨ ਉੱਤਰ ਨੇ ਜਿਹੜੇ ਸਾਰੇ ਕੰਪਲੀਟ ਹੋ ਜਾਣਗੇ। ਚੈਨਲ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ, ਸਬਸਕ੍ਰਾਈਬ ਕਰ ਲਿਆ ਕਰੋ, ਬੈਲ ਆਈਕਨ ਦਾ ਬਟਨ ਦਬਾ ਲਿਆ ਕਰੋ, ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਹੈ ਜਿਹੜਾ ਤੁਹਾਨੂੰ ਟਾਈਮ 'ਤੇ ਮਿਲਦਾ ਰਹੇ। ਧੰਨਵਾਦ।